Subscribe to our YouTube channel. Press the bell icon to get the latest updates. ਦੇ ਜਾਂ ਚੇਚੇ ਤੌਰ ਤੇ ਪੰਜਾਬੀਆਂ ਦੇ ਕੋਈ ਵੀ ਮਸਲੇ ਆਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਫਰਜ਼ਾਂ ਦੀ ਪੂਰਤੀ ਤੋਂ ਕਦੇ ਪਿੱਛੇ ਨਹੀਂ ਹਟੀ। ਚਾਹੇ 84 ਤੋਂ ਪਹਿਲਾਂ ਦਾ ਸਮਾਂ ਸੀ, ਉਦੋਂ ਵੀ ਅਸੀਂ ਡਿਸਟ੍ਰਿਕਟ ਵਾਈਜ਼ ਆਪਣੇ ਕੁਝ ਵਕੀਲ ਜਿਹੜੇ ਉਹ ਅਸੀਂ ਕੀਤੇ ਹੁੰਦੇ ਸੀ ਹਾਇਰ। ਮੈਨੂੰ ਚੇਤਾ ਸਾਰਾ 84 ਤੋਂ ਬਾਅਦ ਵੀ ਲਗਾਤਾਰ ਜਿੱਥੇ ਅਸੀਂ ਜੋਧਪੁਰ ਦੇ ਕੈਦੀ ਉਹਨਾਂ ਦੀ ਕੇਸਾਂ ਦੀ ਪੈਰਵਾਈ ਕਰਦੇ ਰਹੇ, ਨਾਲ ਦੀ ਨਾਲ ਉਹਨਾਂ ਨੂੰ ਕੰਪਨਸੇਟ ਵੀ ਕਰਦੇ ਰਹੇ, ਕਿਉਂਕਿ ਕੌਮੀ ਦਰਦ ਉਹਨਾਂ ਨੇ ਹਿਰਦਿਆਂ ਵਿੱਚ ਲੈ ਕੇ ਸੰਘਰਸ਼ ਸ਼ੁਰੂ ਕੀਤੇ ਸੀ। ਤੇ ਹੁਣ ਵੀ ਜਿਹੜੇ ਸਾਡੇ ਸਿੱਖ ਵੀਰ, ਜਿਹੜੇ ਸਾਡੇ ਜੁਝਾਰੂ ਵੀਰ ਜੇਲ੍ਹਾਂ ਦੇ ਵਿੱਚ ਅੰਦਰ ਆ, ਉਹਨਾਂ ਦਾ ਪਿਛਲੇ ਸਮੇਂ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਮੀਟਿੰਗ ਸੱਦੀ ਗਈ ਤੇ ਮੈਂ ਸਮੁੱਚੀ ਕੌਮ ਨੂੰ ਵਧਾਈ ਵੀ ਦਿੰਦਾ ਕਿ ਉਸ ਦਿਨ ਬਹੁਤ ਸਹਿਣਸ਼ੀਲਤਾ ਦੇ ਨਾਲ, ਬਹੁਤ ਦੀਰਘ ਵਿਚਾਰਾਂ ਹੋ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਅਧਿਕਾਰ ਦਿੱਤੇ ਸੀ ਕਿ ਇੱਕ ਕਮੇਟੀ ਬਣਾ ਲਈ ਜਾਵੇ ਤੇ ਇਹਨੂੰ ਵੱਡੇ ਪੱਧਰ ਦੇ ਉੱਤੇ ਚਾਹੇ ਕਿਸੇ ਪੱਖ ਤੋਂ ਵੀ ਪੈਰਵਾਈ ਕਰਨੀ ਪਏ, ਉਹਦੀ ਪੈਰਵਾਈ ਕੀਤੀ ਜਾਵੇ। ਅੱਜ ਚੇਚੇ ਦੌਰ ਦੇ ਉੱਤੇ ਮੀਟਿੰਗ ਸੱਦੀ ਗਈ ਸੀ। ਇਹ 11 ਮੈਂਬਰੀ ਕਮੇਟੀ ਜਿਹੜੀ ਮੈਂ ਕਹਿ ਸਕਦਾ ਇੱਕ ਸਰਬੱਤ ਖਾਲਸਾ ਦਾ ਰੂਪ ਆ, ਜਿਹਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ, ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਵੱਲੋਂ ਜਿੰਦਾ ਸ਼ਹੀਦ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਬੇਲਾਂ, ਸੰਤ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ, ਔਰ ਬਹੁਤ ਹੀ ਸਤਿਕਾਰਯੋਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ, ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ, ਉਹਨਾਂ ਵੱਲੋਂ ਸਰਦਾਰ ਜਸਕਰਨ ਸਿੰਘ ਜੀ ਉਹਨਾਂ ਦੇ ਜਨਰਲ ਸਕੱਤਰ ਆ, ਤੇ ਉਹਨੇ ਅੱਜ ਚਿੱਠੀ ਵੀ ਲਿਖ ਕੇ ਭੇਜੀ ਅੱਜ ਦੀ ਮੀਟਿੰਗ ਦੇ ਵਿੱਚ, ਮਾਫੀ ਵੀ ਮੰਗੀ ਆ ਵੀ ਮੈਂ ਚੇਚੇ ਤੌਰ ਤੇ ਆ ਨਹੀਂ ਸਕਿਆ। ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਦਿੱਲੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਜੀ ਕਾਲਕਾ, ਉਹਨਾਂ ਦੇ ਨਾਲ ਬਹੁਤ ਹੀ ਸਤਿਕਾਰਯੋਗ ਸਾਡੇ ਸਰਦਾਰ ਪਰਮਜੀਤ ਸਿੰਘ ਜੀ ਸ਼ਰਨਾ, ਜਿਹੜੇ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਵੀ ਆ ਤੇ ਸਾਬਕਾ ਪ੍ਰਧਾਨ ਦਿੱਲੀ ਗੁਰਦੁਆਰਾ ਕਮੇਟੀ, ਸਰਦਾਰ ਮਨਜੀਤ ਸਿੰਘ ਜੀ ਜੀਕੇ, ਸਾਬਕਾ ਪ੍ਰਧਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਦੇ ਨਾਲ ਸਾਡੇ ਤਖਤ ਪਟਨਾ ਸਾਹਿਬ ਤੋਂ ਸਰਦਾਰ ਅਵਤਾਰ ਸਿੰਘ ਜੀ ਹਿੱਤ, ਤਖਤ ਸ੍ਰੀ ਹਜੂਰ ਸਾਹਿਬ ਤੋਂ ਸਰਦਾਰ ਭੁਪਿੰਦਰ ਸਿੰਘ ਜੀ ਮਨਿਹਾਸ ਜਿਹੜੇ ਪ੍ਰਧਾਨ ਆ, ਉਹ ਕਿਉਂਕਿ ਉਹਨਾਂ ਦਾ ਆਪਰੇਸ਼ਨ ਹੋਇਆ, ਉਹਨਾਂ ਵੱਲੋਂ ਸਰਦਾਰ ਪਰਮਜੋਤ ਸਿੰਘ ਜੀ ਚਾਹਲ ਸਾਹਿਬ। ਅਚੇਚੇ ਤੌਰ ਤੇ ਅੱਜ ਲਗਭਗ 2.5 ਘੰਟੇ ਬਹੁਤ ਵਿਚਾਰਾਂ ਦੀਰਘ ਹੋਈਆਂ। ਮੈਂ ਬਹੁਤ ਧੰਨਵਾਦ ਕਰਦਾ ਇਹਨਾਂ ਸਾਰੇ ਕਮੇਟੀ ਮੈਂਬਰ ਸਾਹਿਬਾਨਾਂ ਦਾ ਕਿ ਜਿੰਨੀ ਨੇੜਤਾ ਅੱਜ ਇੱਥੇ ਵਿਚਾਰਾਂ ਦੇ ਵਿੱਚ ਤੇ ਕੌਮੀ ਦਰਦ ਨੂੰ ਲੈ ਕੇ ਹੋਈ ਆ, ਤੇ ਮੈਂ ਸਮਝਦਾ ਇਹ ਬਹੁਤ ਵੱਡੀ ਇੱਕ ਪ੍ਰਾਪਤੀ ਆ। ਜਿਸ ਤਖਤ ਪਟਨਾ ਸਾਹਿਬ, ਤਖਤ ਹਜ਼ੂਰ ਸਾਹਿਬ, ਅਕਾਲ ਤਖਤ ਵੱਲੋਂ, ਸ਼੍ਰੋਮਣੀ ਕਮੇਟੀ ਵੱਲੋਂ ਔਰ ਸ਼੍ਰੋਮਣੀ ਅਕਾਲੀ ਦਲ ਵੱਲੋਂ, ਸਾਰਿਆਂ ਵੱਲੋਂ, ਤੇ ਇਸੇ ਤਰ੍ਹਾਂ ਦਮਦਮੀ ਟਕਸਾਲ ਤੇ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ, ਦਾਦੂਵਾਲ ਸਾਹਿਬ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹ ਮੈਂ ਸਮਝਦਾ ਇੱਕ ਸਰਬੱਤ ਖਾਲਸਾ ਦੇ ਰੂਪ ਦੇ ਵਿੱਚ ਜਥੇਬੰਦੀ ਬਣੀ ਆ, ਜਿਨ੍ਹਾਂ ਨੇ ਵਿਚਾਰਾਂ ਤੋਂ ਬਾਅਦ ਪਹਿਲਾਂ ਤਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ, ਇੱਕ ਸੁਰਤਾ ਦੇ ਨਾਲ ਕਿਸੇ ਵੀ ਪੱਖ ਦੀ ਜਿਹੜੀ ਵਿਚਾਰ ਗੰਭੀਰਤਾ ਨਾਲ ਹੋਈ ਆ, ਔਰ ਉਹਨਾਂ ਦੇ ਵਿੱਚ ਸਾਰਿਆਂ ਨੇ ਇਸ ਗੱਲ ਤੇ ਵੀ ਸੰਤੁਸ਼ਟੀ ਪ੍ਰਗਟ ਕੀਤੀ। ਉਹਨਾਂ ਜਥੇਬੰਦੀਆਂ ਦਾ ਵੀ ਧੰਨਵਾਦ ਜਿਹੜੀਆਂ ਇੰਡੀਵਿਜੂਅਲ ਤੌਰ ਤੇ ਵੀ ਤੇ ਚਾਹੇ ਵਿਸ਼ੇਸ਼ ਤੌਰ ਤੇ ਜਥੇਬੰਦੀਆਂ ਦੇ ਰੂਪ ਦੇ ਵਿੱਚ ਇਹਨਾਂ ਸਿੱਖ ਸੰਘਰਸ਼ੀ ਯੋਧਿਆਂ ਦੀ ਪੈਰਵਾਈ ਕਰਦੇ ਆ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕੀਤਾ। ਤੇ ਉਹਨਾਂ ਦਾ ਸਹਿਯੋਗ ਵੀ ਸਾਡੇ ਨਾਲ ਜਦੋਂ ਲੋੜ ਪਈ ਸਾਰਾ ਲਵਾਂਗੇ। ਸੌਰ ਚੇਚੇ ਤੌਰ ਤੇ ਜਿਹੜਾ ਇੱਕ ਫੈਸਲਾ ਹੋਇਆ, ਉਹ ਫੈਸਲਾ ਕਿ ਸਾਰੀਆਂ ਜਥੇਬੰਦੀਆਂ, ਸਭ ਤੋਂ ਪਹਿਲਾਂ ਜਿਹੜੇ ਸਾਡੇ ਸਿੱਖ ਸੰਘਰਸ਼ੀ ਯੋਧੇ ਆ, ਇਹ ਕਿਹੜੀ ਕਿਹੜੀ ਜੇਲ੍ਹ ਦੇ ਵਿੱਚ ਆ ਤੇ ਕਿਹੜੇ ਕਿਹੜੇ ਉਹਦੇ ਸਟੇਟ ਦੇ ਵਿੱਚ ਇਹ ਫੌਲ ਬੰਦ ਆ, ਉਹਨਾਂ ਲਈ ਇਹ ਸਾਰੀ ਮੁਲਾਂਕਣ ਕਰਕੇ ਇੱਕ ਟੀਮ ਬਣਾਈ ਜਾਊਗੀ, ਜਿਹੜੀ ਰਿਪਰੈਜ਼ੈਂਟੇਸ਼ਨ ਤੌਰ ਦੇ ਉੱਤੇ ਸਾਰੇ ਉਹਨਾਂ ਦੇ ਜਿਹੜੇ ਕੇਸ ਕਿੰਨੀ ਕੈਦ ਆ ਉਹ ਸਾਰੀ ਤਿਆਰ ਕੀਤੀ ਜਾਊਗੀ।
ਤੇ ਛੇਤੀ ਹੀ 15 ਦਿਨਾਂ ਦੇ ਵਿੱਚ ਇਹ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਭਾਈ ਮੋਦੀ ਜੀ ਨੂੰ ਦਿੱਲੀ ਜਾ ਕੇ ਇੱਕ ਰਿਪਰੈਜ਼ੈਂਟੇਸ਼ਨ ਸਾਰੇ ਇਕੱਠੇ ਹੋ ਕੇ ਦੇਣਗੇ, ਤਾਂ ਕਿ ਸਾਰੇ ਜਿੰਨੇ ਵੀ ਅਸੀਂ ਜਿਨ੍ਹਾਂ ਦਾ ਮੁਲਾਂਕਣ ਕੀਤਾ, ਜਿੰਨੇ ਵੀ ਸਿੱਖ ਕੈਦੀ ਸਾਡੇ, ਉਹਨਾਂ ਸਾਰਿਆਂ ਦੀ ਰਿਹਾਈ ਲਈ ਇੱਕ ਵੱਡੀ ਰਿਪਰੈਜ਼ੈਂਟੇਸ਼ਨ ਇਵੇਂ ਸਾਰੇ ਇਕੱਠੇ ਹੋ ਕੇ ਦੇਣਗੇ। ਦੂਸਰਾ ਇਹ ਵੀ ਫੈਸਲਾ ਹੋਇਆ ਕਿ ਹੋਮ ਮਿਨਿਸਟਰ ਆਫ ਇੰਡੀਆ ਸ਼੍ਰੀ ਅਮਿਤ ਸ਼ਾਹ ਜੀ ਨੂੰ ਵੀ ਇਸੇ ਤਰ੍ਹਾਂ ਇਕੱਠੇ ਹੋ ਕੇ ਇੱਕ ਡੈਪੂਟੇਸ਼ਨ ਲੈ ਕੇ ਰਿਪਰੈਜ਼ੈਂਟੇਸ਼ਨ ਦਿੱਤੀ ਜਾਊਗੀ। ਉਹ ਤੋਂ ਇਲਾਵਾ ਇੱਕ ਸਾਡੇ ਨੌਜਵਾਨ ਜਿਹੜੇ ਉਹ ਕਰਨਾਟਕਾ ਦੇ ਵਿੱਚ ਜੇਲ੍ਹ ਦੇ ਵਿੱਚ ਆ, ਉੱਥੇ ਦਾ ਕੇਸ ਆ, ਹੈਗੇ ਭਾਵੇਂ ਪੰਜਾਬ ਦੇ ਵਿੱਚ ਹੀ, ਤੇ ਉਹਨਾਂ ਲਈ ਵੀ ਮੁੱਖ ਮੰਤਰੀ ਜਿਹੜੇ ਕਰਨਾਟਕਾ ਦੇ, ਉਹਨਾਂ ਨੂੰ ਵੀ ਡੈਪੂਟੇਸ਼ਨ ਐਵੇਂ ਜਾ ਕੇ ਮਿਲੂਗਾ। ਦੂਜਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਜੀ ਭੁੱਲਰ, ਕਿਉਂਕਿ ਉਹਨਾਂ ਦੀ ਰਿਹਾਈ ਬਹੁਤ ਸਮੇਂ ਤੋਂ ਲਟਕਦੀ ਆ, ਉਹਦੇ ਲਈ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਕੇਜਰੀਵਾਲ ਸਾਹਿਬ ਨੂੰ ਵੀ ਸਾਡਾ ਡੈਪੂਟੇਸ਼ਨ ਮਿਲੂਗਾ। ਸੋ ਜਿਹੜੇ ਅਚੇਚੇ ਤੌਰ ਤੇ 550ਵੇਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਤੇ ਸੈਂਟਰ ਦੀ ਸਰਕਾਰ ਨੇ ਜਿਨ੍ਹਾਂ ਦੀਆਂ ਰਿਹਾਈਆਂ ਕੀਤੀਆਂ ਸੀ, ਉਹਨਾਂ ਦੇ ਵਿੱਚ ਕੁਝ ਰਿਹਾ ਹੋ ਗਏ ਤੇ ਕੁਝ ਹਾਲੇ ਰਹਿੰਦੇ ਆ, ਤੇ ਇਸੇ ਕਰਕੇ ਸਮੁੱਚੇ ਤੌਰ ਤੇ ਫੈਸਲਾ ਕੀਤਾ ਗਿਆ ਕਿ ਅਸੀਂ ਰਿਪਰੈਜ਼ੈਂਟੇਸ਼ਨ ਵੀ ਸਾਰਿਆਂ ਨੂੰ ਦੇਵਾਂਗੇ। ਉਹ ਤੋਂ ਇਲਾਵਾ ਇੱਕ ਵਕੀਲਾਂ ਦੀ ਤੇ ਜੱਜ ਸਾਹਿਬਾਨ ਦੀ ਟੀਮ ਵੀ ਬਣਾਈ ਜਾਊਗੀ, ਤਿਆਰ ਕੀਤੀ ਜਾਊਗੀ। ਇਹ ਜਿਹੜੀ ਕਮੇਟੀ ਇਹ ਤਾਂ ਇੰਨੀ ਰਹੂਗੀ 11 ਮੈਂਬਰੀ, ਪਰ ਕਿਸੇ ਹੋਰ ਕਮੇਟੀ ਮੈਂਬਰ ਨੂੰ ਨਹੀਂ ਲਿਆ ਜਾਊਗਾ, ਸਬ ਕਮੇਟੀਆਂ ਵਿੱਚ ਉਹ ਬਣਾਈਆਂ ਜਾਣਗੀਆਂ ਤੇ ਉਹ ਸਾਰਾ ਮੁਲਾਂਕਣ ਕਰਕੇ ਇਹ ਜਿਹੜਾ ਸਾਰਾ ਇੱਕ ਕਾਰਜ ਆ ਇਹ 15 ਦਿਨਾਂ ਦੇ ਵਿੱਚ ਜਿਹੜਾ ਆ ਸਾਰਾ ਨੇਪਰੇ ਚਾੜਿਆ ਜਾਊਗਾ। ਸੋ ਮੈਂ ਆਸ ਰੱਖਦਾ ਕਿ ਜਿਸ ਮਾਹੌਲ ਦੇ ਵਿੱਚ ਉਦਣ ਮੀਟਿੰਗ ਹੋਈ ਪਹਿਲਾਂ 11 ਮਈ ਨੂੰ, ਤੇ ਜਿਸ ਮਾਹੌਲ 'ਚ ਅੱਜ ਮੀਟਿੰਗ ਹੋਈ, ਤੇ ਜਿਵੇਂ ਮਤਭੇਦ ਭੁਲਾ ਕੇ ਕੌਮੀ ਦਰਦ ਨੂੰ ਇੱਕ ਸੁਰਤਾ ਦੇ ਨਾਲ ਇੱਕ ਪਲੇਟਫਾਰਮ ਤੇ ਨਿਭਾਉਣ ਦਾ ਸਾਰਿਆਂ ਨੇ ਪ੍ਰਣ ਲਿਆ। ਮੈਂ ਸਾਰੇ ਕਮੇਟੀ ਮੈਂਬਰ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਹਜੂਰ ਸਾਹਿਬ ਦੇ ਅਚੇਚੇ ਤੌਰ ਤੇ ਮੈਂ, ਕਿਉਂਕਿ ਬਾਅਦ ਚੋਂ ਚਾਹੁੰਦਾ ਸੀ ਤੁਹਾਡੇ ਨਾਲ ਸਾਂਝਾ ਕਰ ਲੈਂਦਾ, ਸੋ ਇੱਕ ਤਾਂ ਇੱਕ ਪ੍ਰੋਗਰਾਮ ਆਪਾਂ ਲਿਖਿਆ। ਇੱਕ ਜਦੋਂ ਪਿੱਛੇ ਹੋਲਾ ਮਹੱਲਾ ਹਜੂਰ ਸਾਹਿਬ ਵਿਖੇ ਕੋਵਿਡ ਸਮੇਂ ਦੌਰਾਨ ਹੋਇਆ, ਉਸ ਵੇਲੇ ਕਿਉਂਕਿ ਸਰਕਾਰ ਦੀ ਇਹ ਡਾਇਰੈਕਸ਼ਨ ਸੀ ਕਿ ਵਿਦਨ ਪ੍ਰਮਾਈਜ਼ ਜਿਹੜਾ ਉਹ ਆਪਣਾ ਇਹ ਹੋਲਾ ਮਹੱਲਾ ਮਨਾਇਆ ਜਾਊਗਾ, ਪਰ ਉਸ ਵੇਲੇ ਕਿਉਂਕਿ ਜੋਸ਼ ਹੁੰਦਾ, ਉਹ ਬਾਹਰ ਆ ਕੇ ਕੁਝ ਉੱਥੇ ਲੰਮਾ ਸਮਾਂ ਸੰਘਰਸ਼ ਵੀ ਕਰਨਾ ਪਿਆ, ਕੁਝ ਝਗੜੇ ਹੋ ਗਏ, ਪਰ 465 ਵਿਅਕਤੀਆਂ ਦੇ ਜਿਨ੍ਹਾਂ ਵਿੱਚੋਂ 46 ਨੋਮੀਨੇਟ ਕੀਤੇ, ਬਾਕੀਆਂ ਦੇ ਅਨਆਇਡੈਂਟੀਫਾਈਡ ਕਰਕੇ ਸਾਰਿਆਂ ਦੇ ਪਰਚੇ ਦਰਜ ਕਰ ਦਿੱਤੇ ਗਏ। ਤੇ ਅਸੀਂ ਇਸ ਸਬੰਧ ਦੇ ਵਿੱਚ ਵੀ, ਕਿਉਂਕਿ ਉਧਰ ਸਿਗਲੀਗਰ ਭਾਈਚਾਰਾ ਦੂਸਰੇ ਸਿੱਖ ਭਾਈਚਾਰੇ ਦੇ ਲੋਕ ਬਹੁਤਾਤ 'ਚ ਰਹਿੰਦੇ ਆ, ਉਹਨਾਂ ਦੇ ਕੇਸ ਦੀ ਵੀ ਅਸੀਂ ਪੈਰਵਾਈ ਕਰਕੇ ਮਹਾਰਾਸ਼ਟਰ ਦੀ ਸਰਕਾਰ ਉਹਨਾਂ ਨੂੰ ਵੀ ਮਿਲਾਂਗੇ, ਤਾਂ ਕਿ ਉਹ ਜਿਹੜੇ ਵਿਚਾਰੇ ਡਰ ਤੇ ਸਹਿਮ ਦੇ ਵਿੱਚ ਰਹਿ ਰਹੇ ਆ, ਉਹਨਾਂ ਨੂੰ ਵੀ ਜਿਹੜਾ ਉਹ ਨਿਆਂ ਮਿਲਿਆ ਦਿੱਤਾ ਜਾ ਸਕੇ। ਸੋ ਮੈਂ ਫਿਰ ਦਿਲ ਦੀਆਂ ਢੰਗਾਈਆਂ ਤੋਂ ਸਾਰੇ ਕਮੇਟੀ ਮੈਂਬਰ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜੇ ਇਕੱਠੇ ਹੋ ਕੇ ਕੇਵਲ ਦਾ ਕੇਵਲ ਦਰਦ ਲੈ ਕੇ ਜਿਨ੍ਹਾਂ ਨੇ ਅੱਜ ਦੇ ਫੈਸਲੇ ਕੀਤੇ ਆ। ਸਰਦਾਰ ਗੁਰਬਖਸ਼ ਸਿੰਘ ਜੀ ਸਾਡੇ ਪਹਿਲਾਂ ਉਹ ਵਿਚਾਰੇ ਸ਼ਹੀਦ ਹੋ ਗਏ, ਫਿਰ ਹੁਣ ਬਾਬੂ ਸੂਰ ਸਿੰਘ ਜੀ ਵੀ ਬੈਠੇ ਆ ਉੱਥੇ ਹਸਪੀਟਲ ਦੇ ਵਿੱਚ, ਉਹਨਾਂ ਦਾ ਵੀ ਧੰਨਵਾਦ ਕਰਦਾ। ਦੁਬਾਰਾ ਫਿਰ ਜਿੰਨੀਆਂ ਵੀ ਜਥੇਬੰਦੀਆਂ ਪਹਿਲਾਂ ਸੰਘਰਸ਼ ਕਰਦੀਆਂ ਸੀ, ਪਰ ਆਹ ਜਿਹੜਾ ਸੰਘਰਸ਼ ਅੱਜ ਵਿੱਢਿਆ, ਇਹ ਮੈਂ ਸਮਝਦਾ ਇੱਕ ਕੌਮ ਦਾ ਵੱਡਾ ਇਕੱਠ ਹੋ ਕੇ ਇਹ ਫੈਸਲਾ ਹੋਇਆ ਸੀ, ਤੇ ਉਸੇ ਫੈਸਲੇ ਤੇ ਅੱਜ ਇਹ ਸਾਰੀ ਕਮੇਟੀ ਨੇ ਇਹ ਜਿਹੜੇ ਆਪਣੇ ਫੈਸਲੇ ਕੀਤੇ। ਪ੍ਰਾਈਮ ਮਿਨਿਸਟਰ ਆਫ ਇੰਡੀਆ ਨੂੰ, ਹੋਮ ਮਿਨਿਸਟਰ ਆਫ ਇੰਡੀਆ ਨਾਲ ਸਾਡੇ ਕਰਨਾਟਕਾ ਦੇ ਮੁੱਖ ਮੰਤਰੀ ਨਾਲ ਸਾਡੇ ਚੀਫ ਮਿਨਿਸਟਰ ਜਿਹੜੇ ਦਿੱਲੀ ਦੇ ਆ, ਉਹਨਾਂ ਨੂੰ ਮਿਲ ਕੇ ਜਿਹੜੀ ਆ ਛੇਤੀ ਇਹ ਸਾਡੇ ਰਿਹਾਈ ਹੋ ਕੇ ਆਪਣੇ ਘਰਾਂ ਨੂੰ ਆਉਣ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 2014 ਦੇ ਵਿੱਚ ਮੈਂ ਆਪ ਉਸ ਡੈਪੂਟੇਸ਼ਨ ਦੇ ਵਿੱਚ ਗਿਆ ਸੀ। ਅਸੀਂ 3 ਕਮੇਟੀ ਮੈਂਬਰ ਨੇ, ਉਦੋਂ ਵੀ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਇਹਨਾਂ ਦੀ ਪਰੋਲ ਤੇ ਇਹਨਾਂ ਦੀ ਮਾਫੀ ਸਜ਼ਾ ਮਾਫ ਕਰਨ ਲਈ, ਕਿਉਂਕਿ ਇਹਨਾਂ ਨੂੰ ਹੋ ਗਈ ਸੀ ਆਪਣੀ ਮੌਤ ਦੀ ਸਜ਼ਾ, ਤੇ ਇਹਦੇ ਨਾਲ ਹੀ
ਭਾਈ ਬਲਵੰਤ ਸਿੰਘ ਰਾਜੋਆਣਾ ਉਹਨਾਂ ਦੀ ਵੀ ਅਸੀਂ ਪਟੀਸ਼ਨ ਉੱਥੇ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਪਾਈ ਸੀ। ਉਹ ਸ਼੍ਰੋਮਣੀ ਕਮੇਟੀ ਹਮੇਸ਼ਾ ਹੀ ਯਤਨਸ਼ੀਲ ਰਹੀ ਆ ਕਿ ਜਿਹੜੇ ਕੌਮੀ ਸੰਘਰਸ਼ੀ ਯੋਧੇ ਆ ਉਹ ਜੇ ਕੌਮ ਦਾ ਸੰਘਰਸ਼ ਤੇ ਕੌਮ ਦੀ ਪੀੜਾ ਲੈ ਕੇ ਜਾਤ ਨੂੰ ਛੱਡ ਕੇ ਗਏ ਆ ਤੇ ਉਹਨਾਂ ਦੀ ਪ੍ਰੋਪਰ ਪੈਰਵਾਈ ਕੀਤੀ ਜਾਵੇ। ਸੋ ਤੁਹਾਡਾ ਪ੍ਰੈਸ ਦਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਚੇਚੇ ਤੌਰ ਤੇ ਸਾਰੇ ਜਿੰਨੇ ਵੀ ਸਾਡੇ ਸਹਿਰਦ 11 ਮੈਂਬਰ ਸਾਹਿਬਾਨ 10 ਉਹ ਤੇ 11ਵਾਂ ਮੈਂ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਧਾਨ ਜੀ, ਬਾਪੂ ਸੂਰਤ ਸਿੰਘ ਕਾਫੀ ਸਮੇਂ ਤੋਂ ਜਿਹੜਾ ਹੈਗਾ ਉਹਨਾਂ ਨੂੰ ਮਿਲਣ ਦਾ ਵੀ ਕੋਈ ਪ੍ਰੋਗਰਾਮ ਹੈ? ਉਹ ਅਸੀਂ ਅੱਜ ਕਿਉਂਕਿ ਅਚੇਚੇ ਤੌਰ ਤੇ ਇੱਕੋ ਇੱਕ ਨਕਾਤੀ ਪ੍ਰੋਗਰਾਮ ਰੱਖਿਆ ਕਿ ਅਸੀਂ ਸਭ ਤੋਂ ਪਹਿਲਾਂ ਧੰਨਵਾਦ ਮੈਂ ਉਹਨਾਂ ਦਾ ਕਰ ਵੀ ਦਿੱਤਾ ਕਿ ਅਸੀਂ ਪ੍ਰਾਈਮ ਮਿਨਿਸਟਰ ਆਫ ਇੰਡੀਆ, ਹੋਮ ਮਿਨਿਸਟਰ ਤੇ ਵੱਖ-ਵੱਖ ਚੀਫ ਮਿਨਿਸਟਰ ਨੂੰ ਵਿਦਨ 15 ਡੇਜ਼ ਮਿਲਾਂਗੇ। ਫਿਰ ਇਹਨੂੰ ਕੋਈ ਫਰੂਟਫੁਲ ਨਿਕਲਦਾ ਵੀ ਸਾਰਿਆਂ ਦਾ ਧੰਨਵਾਦ ਕਰਾਂਗੇ। ਫਿਰ ਤਾਂ ਇੱਕ ਵੱਡਾ ਇੱਥੇ ਅਕਾਲ ਤਖਤ ਤੇ ਵੀ ਵੱਡਾ ਸਮਾਗਮ ਕਰਾਂਗੇ ਸਾਰਾ। ਸੋ ਇਹ ਵੀ ਕਰਾਂਗੇ ਜਤਨ, ਪਰ ਹਾਲਾ ਇਮੀਡੀਏਟ ਸਾਡਾ ਇੱਕੋ ਹੀ ਬਣਿਆ ਪਿਆ ਆਪਾਂ ਇਹਨਾਂ ਨੂੰ ਰਿਹਾਈ ਕਰਾਉਣ ਲਈ ਵੱਡੇ ਪੱਧਰ ਦੇ ਉੱਤੇ ਇਹ ਜਿਹੜਾ ਹੈ ਸਾਰਾ ਜਗਤ। ਸਰਕਾਰ ਨੇ ਰਾਜੀਵ ਗਾਂਧੀ ਦੇ ਕਾਤਲ ਨੂੰ ਛੱਡ ਦਿੱਤਾ ਹੈ ਜੀ। ਰਾਜੀਵ ਗਾਂਧੀ ਦੇ ਕਤਲ ਦੇ ਲੀਕ ਜਿਹੜਾ ਸੀਗਾ ਪੈਰਾਰੀ ਬੰਦਾ, ਇਹ ਪ੍ਰਧਾਨ ਜੀ ਨੇ ਹੁਣ ਇੱਥੇ ਅਖਬਾਰ ਦੇ ਵਿੱਚੋਂ ਵੀ ਜ਼ਿਕਰ ਕੀਤਾ ਸੀ ਕਿ ਸਾਡੇ ਲਈ ਕਈ ਵਾਰੀ ਕੁਝ ਇੱਕੋ ਜਿਹਾ ਸਮਾਂ ਨਹੀਂ ਚੱਲਦਾ ਤੇ ਇਹ ਮੈਂ ਸਮਝਦਾ ਪੇਵਿੰਗ ਦਾ ਵੇ ਹੁਣ ਸਾਡੇ ਲਈ ਇੱਕ ਰਾਹ ਬਣ ਗਿਆ ਕਿ ਸੁਪਰੀਮ ਕੋਰਟ ਨੇ ਇੱਕ ਪਿਰਤ ਪਾ ਦਿੱਤੀ ਆ। ਉਸ ਪਿਰਤ ਦੇ ਤਹਿਤ ਸਾਨੂੰ ਵੀ ਅਸੀਂ ਉਸੇ ਤਰਜ਼ ਤੇ ਪ੍ਰਾਈਮ ਮਿਨਿਸਟਰ ਆਫ ਇੰਡੀਆ ਤੇ ਹੋਮ ਮਿਨਿਸਟਰ ਆਫ ਇੰਡੀਆ ਨੂੰ ਜਾ ਕੇ ਅਪੀਲ ਕਰਾਂਗੇ। ਨਵਜੋਤ ਸਿੰਘ ਸਿੱਧੂ ਨੂੰ ਸਜ਼ਾ ਹੋ ਗਈ ਜੀ 1 ਸਾਲ ਦੀ ਸਾਂਝੀ ਹੋਊਗੀ ਸਾਰਿਆਂ ਵਾਸਤੇ। ਔਰ ਇੱਕ ਦੂਜੀ ਬੇਨਤੀ ਆ ਭਈ ਇਹਦੇ ਵਿੱਚ ਕੋਈ ਇਹ ਨਹੀਂ ਵੀ ਵਿਸ਼ੇਸ਼ ਵਿਅਕਤੀ ਲਈ ਆ। ਜਿੰਨੇ ਵੀ ਸਿੱਖ ਕੈਦੀ ਸਾਡੇ ਜਿਨ੍ਹਾਂ ਦੀਆਂ ਅਸੀਂ ਲਿਸਟਾਂ ਬੈਠ ਕੇ ਮੁਲਾਂਕਣ ਕਰ ਰਹੇ ਆ ਉਹਨਾਂ ਸਾਰਿਆਂ ਲਈ ਇਹ ਪੁਰਜੋਰ ਯਤਨ ਕੀਤਾ ਜਾਊਗਾ। ਸੁਖਬੀਰ ਜੀ ਅੱਜ ਨਵਜੋਤ ਸਿੱਧੂ ਉਹ ਆਪਾਂ ਅਲੱਗ ਕਰਾਂਗੇ ਪ੍ਰੈਸ ਕਾਨਫਰੰਸ। ਪ੍ਰਧਾਨ ਜੀ, ਸੂਚੀ ਕਿੰਨੀ ਹੈ ਜਿਹੜੇ ਬੰਦੀ ਸਿੱਖਾਂ ਦੀ ਵੱਡੇ ਵੱਡੇ ਹੁਣ ਤੱਕ? ਸੂਚੀ ਸਾਡੇ ਕੋਲ 22 ਦੀ ਆ ਹੁਣ ਤੱਕ, ਜਿਹਦੇ ਵਿੱਚ 9 ਜਿਹੜੇ ਆ ਉਹ ਤਕਰੀਬਨ ਕੋ 25 ਸਾਲ ਦਾ ਕੋ 32 ਸਾਲ ਦੇ ਅੰਦਰ ਆ। ਉਹਦੇ ਲਈ ਸੂਚੀ ਅਸੀਂ ਹੋਰ ਵੀ ਤਿਆਰ ਕਰ ਰਹੇ ਹਾਂ ਸੋ ਦੈਟ ਉਹ ਜਿਹੜੇ ਕੋ ਰਹਿ ਗਿਆ ਉਹ ਵੀ ਸਾਡੀ ਲਿਸਟ 'ਚ ਆ ਜਾਣ। 550 ਸਾਲਾਂ ਤੇ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀ ਨਾ ਕੁਝ ਸਿੱਖ ਬੰਦੀ ਛੱਡ ਦੇ, ਉਹ ਬੰਦੀਆਂ ਦਾ ਕੀ? ਉਹਨਾਂ ਦੇ ਵਿੱਚ 7 ਸੀਗੇ, 2 ਸ਼ਾਇਦ ਆ ਗਏ ਆ, ਬਾਕੀ ਤੋਂ ਰਿਹਾ ਨਹੀਂ ਹੋਏ। ਪ੍ਰਧਾਨ ਜੀ ਇੱਕ ਸਵਾਲ ਹੈ, ਛੋਟਾ ਜਿਹਾ ਇੱਕ ਸਵਾਲ ਹੈ। ਜਦੋਂ ਵੀ ਕੇਂਦਰ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਥੇਬੰਦੀ ਢਾਂਚੇ ਵੱਲੋਂ, ਤਾਂ ਕੇਂਦਰ ਦਾ ਇਹੀ ਇਸ਼ਾਰਾ ਹੁੰਦਾ ਕਿਤੇ ਨਾ ਕਿਤੇ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ 5 ਸਿੰਘ ਲੈ ਆਓ ਜਾਂ 4 ਸਿੰਘ ਲੈ ਆਓ ਤਾਂ ਉਹ ਸਾਡੇ ਨਾਲ ਮੁਲਾਕਾਤ ਕਰਨਗੇ। ਜੇਕਰ ਅਜਿਹਾ ਮਾਮਲੇ ਦੇ ਵਿੱਚ ਅਜਿਹਾ ਹੁੰਦਾ ਤਾਂ ਕਿਹੜੇ ਆਪਣੇ 5-4 ਸਿੰਘ ਹੋਣਗੇ ਜਾਂ ਆਪਸ ਦੇਖੋ ਇਹ ਪਹਿਲਾਂ ਮੈਂ ਕਲੀਅਰ ਕਰਤਾ, ਇਹ ਸਾਰੇ ਮੈਂਬਰ ਜਿਹੜੇ ਗੰਭੀਰਤਾ ਦੇ ਨਾਲ ਆ ਸਾਰੇ ਦੇ ਸਾਰੇ ਜਾਣਗੇ। ਠੀਕ ਹੈ ਤੇ ਸਾਡੇ 'ਚ ਕੋਈ ਫੁੱਟ ਨਹੀਂ ਹੈ। ਆ ਮਿਸ਼ਨ ਸਾਰਿਆਂ ਦਾ ਇੱਕੋ ਹੀ ਹੈ ਕਿ ਅਸੀਂ ਬੰਦੀ ਸਿੱਖਾਂ ਨੂੰ ਰਿਹਾ ਕਰਾਂਗੇ। ਕਿਉਂਕਿ ਕਿਸਾਨਾਂ ਨੂੰ ਕਿਹਾ ਸੀਗਾ ਕਿ 11 ਮੈਂਬਰੀ ਕਮੇਟੀ ਲੈ ਕੇ ਆਓ, ਕਿਉਂਕਿ ਕਿਸਾਨਾਂ ਨੂੰ ਕਿਹਾ ਸੀਗਾ 11 ਮੈਂਬਰੀ ਕਮੇਟੀ ਲੈ ਕੇ ਆਓ, ਅਸੀਂ 32 ਨਹੀਂ ਅੰਦਰ ਵੜਨੇ ਹੈਗੇ, 11 ਜਾਣੇ ਚੁਣ ਕੇ ਆ ਜਾਓ, ਉਹ ਮੈਨੂੰ ਮਿਲਣਗੇ। ਕੋਈ ਨਹੀਂ, ਅਸੀਂ ਤਾਂ ਹੈ ਹੀ 11 ਆ। ਅਸੀਂ ਹੈ 11 ਵਾ। ਥੈਂਕ ਯੂ, ਧੰਨਵਾਦ ਜੀ।